ਅਸਲ ਬਾਈ ਜੀ ਕੀ ਹਾਲ ਹੈ? ਠੀਕ ਠਾਕ ਹੋ? ठीक ਅੱਛਾ ਮਾਸ਼ਾਅੱਲਾ। ਕਿੰਨੇ ਜਾਨਵਰ ਤੁਹਾਡੇ ਕੋਲ? जानवर तकरीबन 60-65 60 65 ਜਾਨਵਰ ਤੁਹਾਡੇ ਕੋਲ ਮਾਸ਼ਾਅੱਲਾ। ਵਿੱਚ ਸਾਰਾ ਮਿਕਸ ਹੀ ਹੈ, ਗਾਵਾਂ ਵੀ ਹੈ, ਮੱਝਾਂ ਵੀ ਹੈ। ਅੱਛਾ, ਜ਼ਿਆਦਾਤਰ ਫਾਇਦਾ ਵਲੈਤੀ ਤੇ ਹੈ ਜਾਂ ਦੇਸੀ 'ਚ ਫਾਇਦਾ ਜ਼ਿਆਦਾ ਹੈ? ज़्यादातर भी वैरायटी थी देसी भी ਦੇਸੀ ਅੱਜ ਕੱਲ੍ਹ ਲੋਕ ਛੱਡ ਰਹੇ ਨੇ, ਜ਼ਿਆਦਾतर ਵਲੈਤੀ ਹੀ ਕਰ ਰਹੇ ਨੇ, ਕਿਉਂਕਿ ਵਲੈਤੀ ਦਾ ਦੁੱਧ ਵੀ ਜ਼ਿਆਦਾ ਹੈ ਤੇ ਜਿਹੜਾ ਉਹਦਾ ਡਰਾਈ ਪੀਰੀਅਡ ਹੈ ਉਹ ਵੀ ਘੱਟ ਹੈ। ਠੀਕ ਹੋ ਗਿਆ। ਤੇ ਸੁਣਿਆ ਕਿ ਇਹ ਜਿਹੜੀ ਗਾਂ ਹੈਗੀ ਹੈ ਇਹ ਜਲਦੀ ਤਿਆਰ ਵੀ ਹੋ ਜਾਂਦੀ ਹੈ। हाँ मजना गाँव जल्दी तैयार है। ਐਸਾ ਲੋਕ ਮੱਝਾਂ ਨੂੰ ਜ਼ਿਆਦਾ ਛੱਡ ਕੇ ਜ਼ਿਆਦਾ ਲੋਕ ਗਾਵਾਂ ਦੇ ਵਿੱਚ ਆ ਰਹੇ ਨੇ। गाँव का दूध ठीक जा रहे हैं ਗਾਵਾਂ ਦਾ ਦੁੱਧ ਵੀ ਠੀਕ ਜਾ ਰਿਹਾ, ਨਾਲ ਗਾਵਾਂ ਦਾ ਸਾਰਾ ਸਿਸਟਮ ਵੀ ਠੀਕ ਜਾ ਰਿਹਾ ਹੈ। ਜ਼ਬਰਦਸਤ। ਅੱਛਾ, ਬਿਮਾਰੀ ਵੀ ਗਾਵਾਂ ਨੂੰ ਘੱਟ ਪੈਂਦੀ ਹੈ ਹਨਾ? ਜਿਹੜੀ ਵਲੈਤੀ ਗਾਵਾਂ ਹੈ ਘੱਟ ਹੀ ਪੈ ਰਹੀ, ਜ਼ਿਆਦਾ ਮਸਲਾ ਨਹੀਂ ਹੈ। ਉਹ ਹੁਣ ਲੰਬੀ ਸਕਿਨ ਖਤਮ ਹੋ ਗਈ ਹੈ, ਮਸਲਾ ਵਗੈਰਾ ਜਿਹੜਾ ਸੀ ਬੜਾ ਸੀ ਪਹਿਲੇ। नहीं वो खत्म हो गया। ਸ਼ੁਕਰ ਹੈ। ਉਹ ਬੜੀ ਬਿਮਾਰੀ ਆਈ ਹੈ ਵੈਸੇ, ਬੜੇ ਲੋਕਾਂ ਦਾ ਕਰੋਨਾ ਦਾ ਨੁਕਸਾਨ ਹੋਇਆ। बहुत तगड़ा नुकसान है। ਸ਼ੁਕਰ ਹੁਣ ਖਤਮ ਹੋ ਗਈ ਹੈ। अल्लाह की तरफ से बेहतरी है। ਅੱਛਾ, ਮੱਝਾਂ ਨੂੰ ਤਾਂ ਨਹੀਂ ਆਈ ਵੈਸੇ, ਗਾਵਾਂ ਨੂੰ ਹੀ ਆਈ ਹੈ। मजा नहीं आया सब गाँव नहीं आई है। ਇਹ ਗਾਵਾਂ ਜ਼ਿਆਦਾ ਗੰਦ ਪਾਉਂਦੀਆਂ ਜਾਂ ਮੱਝਾਂ ਜ਼ਿਆਦਾ ਗੰਦ ਪਾਉਂਦੀਆਂ? ਗੋਬਰ ਸ਼ੋਬਰ। मजा गाँव से। ਗਾਵਾਂ ਮੱਝਾਂ ਜ਼ਿਆਦਾ? हाँ गाँव ठीक है। ਗਾਵਾਂ ਠੀਕ ਰਹਿੰਦਾ ਹੈ। साफ सुथरा बहुत है। ਗਾਵਾਂ ਦੇ ਕੰਮ ਵੀ ਆਸਾਨ ਹੈ, ਸੌਖਾ ਹੈ, ਤੇ ਮੱਝਾਂ ਦਾ ਜ਼ਿਆਦਾਤਰ ਮਸਲੇ ਡਰਾਈ ਪੀਰੀਅਡ ਵੀ ਜ਼ਿਆਦਾ ਹੈ, ਗੰਦ ਵੀ ਜ਼ਿਆਦਾ ਇਹਨਾਂ ਦਾ, ਤੇ ਸੰਭਾਲੀਆਂ ਔਖੀਆਂ ਹੈ। ਗਾਵਾਂ ਸੰਭਾਲੀਆਂ ਸੌਖੀਆਂ ਹੈ। गाँव ठीक है। ਤੇ ਜਿਹੜਾ ਨਵਾਂ ਬੰਦਾ ਜਿਹਨੇ ਕੰਮ ਸਟਾਰਟ ਕਰਨਾ ਡੇਅਰੀ ਦਾ, ਉਹ ਗਾਵਾਂ ਤੋਂ ਸਟਾਰਟ ਕਰੇ। हाँ ठीक है गाँव ठीक ही रहती है। ਤਕਰੀਬਨ ਕਿੰਨੀ ਗਾਵਾਂ ਤੋਂ ਸਟਾਰਟ ਕਰ ਲਵੇ ਸ਼ੁਰੂ ਤੇ? जितने पाँच हो गए ਯਾਨੀ 5 ਗਾਵਾਂ ਤੋਂ ਸਟਾर्ट ਕਰ ਲਵੇ। 7 का हमारा एक ਖਰਚਾ ਵੀ ਨਿਕਲ ਆਏਗਾ, ਦੁੱਧ ਸ਼ੁੱਧ ਵੀ ਚੱਲਦਾ ਰਹੇਗਾ। ਤੇ ਇਹ ਜਿਹੜਾ ਹਰਾ ਮਸਾਲਾ ਦਿੰਦੇ ਹੋ ਉਹ ਕਿੰਨੇ ਅਰਸੇ ਬਾਅਦ ਦਿੰਦੇ ਹੋ? ਹਰਾ ਮਸਾਲਾ 8 ਦਿਨਾਂ ਬਾਅਦ। ਹਰ 8 ਦਿਨਾਂ ਬਾਅਦ ਦਿੰਦੇ ਹਰਾ ਮਸਾਲਾ। ਉਹ ਹਰੇ ਮਸਾਲੇ ਵਿੱਚ ਉਹ ਪਾ ਰਹੇ ਹੋ ਤੁਸੀਂ ਅਦਰਕ, ਥੋਮ, ਹਰੀ ਮਿਰਚਾਂ, प्याज ਪਿਆਜ਼, ਲੀਮੂ, ਅਚਾਰ, अच्छा ਕੋਟ ਤੁਮਾ, ਕੋਟ ਪਨੀਰ। ਉਹ ਹਰੇ ਮਸਾਲੇ ਦਾ ਫਾਇਦਾ ਦੱਸੋ ਕੀ ਹੁੰਦਾ 8 ਦਿਨਾਂ ਬਾਅਦ ਦਿੰਦੇ ਹੋ ਤੇ? ਉਹ ਬਾਅਦ ਆਦਮੀ ਵਾਸਤੇ ਠੀਕ ਹੁੰਦਾ ਜੀ। ਬਾਦੀ ਨਹੀਂ ਕਰਦਾ, ਹਾਂਜੀ ਬਾਅਦ ਵਿੱਚ। ਹਾਜ਼ਮਾ ਠੀਕ ਹੋ ਜਾਂਦਾ ਹੈ, ਤੇ ਦੁੱਧੋਂ ਵਿੱਚੋਂ ਸਮੈਲ ਵੀ ਨਹੀਂ ਆਉਂਦੀ, ਨਹੀਂ ਜੀ ਸਮੈਲ ਨਹੀਂ ਆਉਂਦੀ। ਜਾਂ ਦੁੱਧ ਦੇ ਵਿੱਚ ਖੁਸ਼ਬੂ ਆਉਂਦੀ ਹੈ, ਹਾਂਜੀ ਤੇ ਜਾਨਵਰ ਰੱਜ ਕੇ ਖਾਂਦਾ ਹੈ। ਰਾਜ ਕੇ ਖਾਂਦਾ ਉਹ ਦੇਣਾ ਜ਼ਰੂਰੀ ਹੈ। ਆ ਪਰ ਉਹਦੇ ਨਾਲ ਥਣ ਵੀ ਠੀਕ ਰਹਿੰਦੇ ਨੇ। ਉਹਦੇ ਨਾਲ ਸਭ ਕੁਝ ਠੀਕ ਹੈ। ਅੱਛਾ, ਥਣਾਂ ਦਾ ਦੱਸੋ, ਕਿਉਂਕਿ ਬਹੁਤ ਲੋਕ ਪਰੇਸ਼ਾਨ ਨੇ ਕਿ ਜਿਹੜੇ ਮੱਝਾਂ ਦੇ ਜਾਂ ਗਾਵਾਂ ਦੇ ਥਣ ਨਾ ਜਲਦੀ ਖਰਾਬ ਹੋ ਜਾਂਦੇ ਨੇ, ਉਹਦਾ ਕੋਈ ਇਲਾਜ ਦੱਸੋ ਕਿ ਕਿਸ ਤਰ੍ਹਾਂ ਥਣਾਂ ਤੋਂ ਬਚਾਇਆ ਜਾ ਸਕੇ ਖਰਾਬ ਹੋਣ ਤੋਂ? ਡਾਕਟਰ ਨੇ ਮਸ਼ਵਰਾ ਕਰਨਾ ਤਾਂ ਬਿਹਤਰ ਹੋ ਹੀ ਜਾਂਦਾ। ਤੇ ਮੈਂ ਸਮਝਿਆ ਜਿਸ ਤਰ੍ਹਾਂ ਦਾਦਰ ਮਿਰਚ ਹੋ ਗਈਆਂ, ਸਰਸੋਂ ਦਾ ਤੇਲ ਪਕਾ ਦੇ ਉਹ ਦੇ ਦਿੱਤਾ ਜਾਏ, ਉਹਦੇ ਨਾਲ ਵੀ ਥਣ ਠੀਕ ਰਹਿੰਦੇ ਨੇ। ਤੇਲ ਹੀ ਠੀਕ ਰਹਿੰਦਾ ਜੀ। ਠੀਕ ਹੋ ਗਿਆ। ਤੇ ਜਿਹੜਾ ਮਸਾਲਾ ਦੱਸਿਆ, ਜਿਹੜਾ ਇਹ ਮਸਾਲਾ ਦਿੰਦੇ ਨੇ, ਇਹਦੇ ਨਾਲ ਵੀ ਥਣ ਠੀਕ ਰਹਿੰਦੇ ਨੇ। ਦਿਨ ਬਾਅਦ ਦਿੱਤਾ ਰਹੇ ਫਿਰ ਠੀਕ ਹੀ ਰਹਿੰਦੇ ਨੇ। ਥਣ ਜ਼ਿਆਦਾ ਖਰਾਬ ਹੁੰਦੇ ਨੇ ਜੇ ਉੱਲੀ ਲੱਗੀ। ਆਪਣੇ ਵਾਸਤੇ ਤਾਂ ਫਿਰ ਬਾਦੀ ਬੁੱਧੀ ਕਰ ਜਾਂਦੇ ਨੇ। ਠੀਕ ਹੈ। ਉਸ ਵਜ੍ਹਾ ਤੋਂ ਥਣ ਆਮ ਤੌਰ 'ਤੇ ਖਰਾਬ ਹੁੰਦੇ ਨੇ ਜਿਹੜੇ ਤੁਸੀਂ ਜਿਹੜੀ ਕਾਈ ਲੱਗੀ ਰੋਟੀ ਖਿਲਾ ਦਿੰਦੇ ਨਾ, ਉਰਲੀ ਲੱਗੀ ਰੋਟੀ ਖਵਾ ਦਿੰਦੇ ਹੋ, ਹਾਂ ਉਸ ਰੋਟੀ ਦੀ ਵਜ੍ਹਾ ਤੋਂ ਵੀ ਡੰਗਰ ਨੁਕਸਾਨ ਕਰਦਾ। ਨਹੀਂ, ਸਾਫ਼ ਰੋਟੀ ਹੈ ਤਾਂ ਫਿਰ ਤਾਂ ਮਸਲਾ ਨਹੀਂ ਹੈ, ਜੇ ਰੋਟੀ ਖਰਾਬ ਹੈ ਤੇ ਫਿਰ ਮਸਲਾ ਹੈ। ਹਾਂਜੀ ਰੋਟੀ ਠੀਕ ਆਮ ਤੌਰ ਤੇ ਜਿਹੜਾ ਸਾਵਣ ਦਾ ਮਹੀਨਾ ਹੈ ਜਾਂ ਬਾਦਾਂ ਦਾ ਮਹੀਨਾ ਹੈ, ਉਹਦੇ ਵਿੱਚ ਰੋਟੀ ਜਲਦੀ ਖਰਾਬ ਹੋ ਜਾਂਦੀ ਹੈ, ਉੱਥੇ ਰੋਟੀ ਪਰਹੇਜ਼ ਕਰ ਲੇ ਬੰਦਾ। ਹਾਂਜੀ ਸਰਦੀ